Next is Dirichlet's test for convergence of integral a to infinity f g dx at infinity। ਜਦੋਂ ਸਾਨੂੰ ਦੋ ਫੰਕਸ਼ਨ ਪ੍ਰੋਡਕਟ ਵਿੱਚ ਗਿਵਨ ਹੋਣ ਇਸ ਤਰ੍ਹਾਂ ਦੇ ਇੰਟੀਗਰਲ ਨੂੰ ਦੀ ਕਨਵਰਜੈਂਸ ਚੈੱਕ ਕਰਨ ਲਈ ਅਸੀਂ ਆਪਣਾ ਸੈਕਿੰਡ ਟੈਸਟ ਪਰਫਾਰਮ ਕਰ ਰਹੇ ਹਾਂ, ਉਹ ਹੈ ਡਿਰਿਚਲੈਟ ਟੈਸਟ। ਅਸੀਂ ਫਰਸਟ ਟੈਸਟ ਕੀਤਾ ਸੀ ਏਬਲਸ ਟੈਸਟ। ਏਬਲਸ ਟੈਸਟ ਨੂੰ ਵੀ ਅਸੀਂ ਯੂਜ਼ ਕੀਤਾ ਸੀ ਇਸ ਟਾਈਪ ਦੇ ਇੰਟੀਗਰਲ ਦੀ ਕਨਵਰਜੈਂਸ ਚੈੱਕ ਕਰਨ ਲਈ। ਸੋ ਸਾਡੇ ਕੋਲ ਡਿਰਿਚਲੈਟ ਟੈਸਟ ਦੀ ਸਟੇਟਮੈਂਟ ਕਿਆ ਹੈ, ਇਫ g is bounded and monotonic and tends to 0 as x approaches to infinity। ਦੇਖੋ ਦੋਨਾਂ ਦੀ ਸਟੇਟਮੈਂਟ ਵਿੱਚ ਥੋੜਾ ਜਿਹਾ ਹੀ ਫਰਕ ਹੈ। ਉਹਦੇ ਵਿੱਚ ਵੀ ਸਾਨੂੰ g bounded and monotonic given ਸੀ, ਬਟ ਇਹਦੇ ਵਿੱਚ ਇੱਕ ਕੰਡੀਸ਼ਨ ਐਕਸਟਰਾ ਆ ਗਈ, g bounded ਹੈ monotonic and tends to 0 as x approaches to infinity and integral a to t f dx is bounded for t greater than equals to a। ਸਾਨੂੰ ਇਹ ਵਾਲਾ ਜਿਹੜਾ ਫੰਕਸ਼ਨ ਹੈ, ਇਹ ਵਾਲਾ ਜਿਹੜਾ ਇੰਟੀਗਰਲ ਹੈ, ਇਹ ਕੀ ਦਿੱਤਾ ਹੋਇਆ, ਬਾਉਂਡਡ ਗਿਵਨ ਹੈ। ਉਹਦੇ ਵਿੱਚ ਇਹ ਇੰਟੀਗਰਲ ਸਾਨੂੰ ਕਨਵਰਜੈਂਟ ਗਿਵਨ ਸੀ। ਸੋ ਇਹ ਡਿਫਰੈਂਸ ਹੈ ਦੋਨਾਂ ਦੇ ਵਿੱਚ। then a to infinity f g dx is convergent at infinity। ਅਗਰ g ਤੇ a ਵਾਲੀਆਂ ਕੰਡੀਸ਼ਨਸ ਹੋਲਡ ਕਰਦੀਆਂ, ਬਾਉਂਡਡ ਮੋਨੋਟੋਨਿਕ ਐਂਡ ਅਪਰੋਚਸ ਟੂ 0 ਐਂਡ f ਤੇ ਸਾਡੇ ਕੋਲ ਬਾਉਂਡਡ ਵਾਲੀ ਕੰਡੀਸ਼ਨ ਹੋਲਡ ਕਰਦੀ ਹੈ, then ਜਿਹੜਾ ਸਾਡਾ ਪ੍ਰੋਡਕਟ ਵਾਲਾ ਇੰਟੀਗਰਲ ਹੋਏਗਾ ਉਹ ਕਨਵਰਜ ਕਰੇਗਾ, ਕਿਸ ਤੇ ਕਨਵਰਜ ਕਰੇਗਾ, ਇਨਫਿਨਿਟੀ ਤੇ। ਸੋ ਪ੍ਰੂਫ ਵੀ ਸਿਮਿਲਰ ਹੀ ਹੈ, ਥੋੜਾ ਬਹੁਤਾ ਫਰਕ ਹੀ ਹੈ ਏਬਲ ਔਰ ਡਿਰਿਚਲੈਟਸ ਦਾ। जी ਸਾਨੂੰ ਸਟਾਰਟਿੰਗ ਸੇਮ ਹੈ, g ਮੋਨੋਟੋਨਿਕ ਗਿਵਨ ਹੈ, ਅਗਰ ਮੋਨੋਟੋਨਿਕ ਹੈ ਦੈਨ g ਕੀ ਹੋਏਗਾ, ਇੰਟੀਗ੍ਰੇਬਲ। ਠੀਕ, ਆਲਸੋ f ਇੰਟੀਗ੍ਰੇਬਲ, ਅਗਰ f ਇੰਟੀਗ੍ਰੇਬਲ ਹੈ ਬਿਕੋਜ਼ f ਦਾ ਇੰਟੀਗਰਲ ਬਾਉਂਡਡ ਹੈ, ਇਹਦਾ ਮਤਲਬ ਇਹਦਾ ਇੰਟੀਗ੍ਰੇਬਲ ਇੰਟੀਗ੍ਰੇਸ਼ਨ ਐਗਜ਼ਿਸਟ ਕਰ ਰਹੀ ਹੈ। ਸੋ f ਇਜ਼ ਇੰਟੀਗ੍ਰੇਬਲ, ਦੇਅਰਫੋਰ ਬਾय ਸੈਕਿੰਡ ਮੀਨ ਵੈਲਿਊ ਥਿਊਰਮ, ਜਿਸ ਤਰ੍ਹਾਂ ਅਸੀਂ ਏਬਲਸ ਟੈਸਟ ਅਪਲਾਈ ਕੀਤੀ ਸੀ ਇੱਥੇ ਵੀ ਅਪਲਾਈ ਕਰਤੀ। इंटीग्रल t1 to t2 f g dx equals to g t1। ਤੁਸੀਂ ਦੋਨੋਂ t1 और t2 ਦੇ ਬਿਟਵੀਨ ਇੱਕ ਨੰਬਰ ਸਪੋਜ਼ ਕੀਤਾ which is xi। so g t1 integral t1 to xi f dx plus g t2 xi to t2 f dx for xi lying between t1 and t2 is greater than ta। ਸੋ ਇਹ ਆ ਗਈ ਸਾਡੀ ਫਰਸਟ ਇਕੁਏਸ਼ਨ। ਆਲਸੋ ਗਿਵਨ ਹੈ ਕਿ ਸਾਡੇ ਕੋਲ ਇਹ ਜਿਹੜਾ ਫੰਕਸ਼ਨ ਹੈ ਬਾਉਂਡਡ ਹੈ। ਅਗਰ ਕੋਈ ਵੀ ਫੰਕਸ਼ਨ ਸਾਡੇ ਕੋਲ ਬਾਉਂਡਡ ਹੋਏ ਦੈਨ ਆਪਣੀ ਡੈਫੀਨੇਸ਼ਨ ਅਪਲਾਈ ਕਰਤੀ, therefore there exists a number k such that integral a to t f dx ਦਾ ਮੋਡ ਕੀ ਹੋਏਗਾ, less than equals to k for all t greater than equals to a। ਇਹ ਬਾਉਂਡਡ ਦੀ ਡੈਫੀਨੇਸ਼ਨ, ਅਗਰ ਕੋਈ ਵੀ ਫੰਕਸ਼ਨ ਸਾਡੇ ਕੋਲ ਬਾਉਂਡਡ ਹੈ ਦੈਨ ਉਹਦਾ ਮੋਡ ਕਿਸੇ ਨੰਬਰ ਤੋਂ ਕੀ ਹੋਏਗਾ, ਛੋਟਾ ਹੋਏਗਾ। for all t, ਇਹ ਜਿਹੜਾ t ਹੈ ਇਹ ਕੀ ਹੈ, ਗ੍ਰੇਟਰ ਦੈਨ ਇਕੁਅਲਸ ਟੂ a ਹੈ। ਸੋ ਅਸੀਂ ਇੱਥੋਂ ਇੱਕ ਰਿਜ਼ਲਟ ਡਰਾਈਵ ਕੀਤਾ, ਅਸੀਂ a to t ਤਾਂ ਕਹਿ ਲਿਆ, ਮੋਡ ਲੈਸ ਦੈਨ ਇਕੁਅਲਸ ਟੂ k ਹੈ। ਅਸੀਂ ਹੁਣ t1 to xi ਐਂਡ xi to t2 ਦਾ ਮੋਡ ਚੈੱਕ ਕਰਨਾ, ਇਹ ਕੀ ਬਣ ਰਿਹਾ। ਸੋ ਅਸੀਂ ਫਸਟ t1 to xi ਚੈੱਕ ਕੀਤਾ, t1 to xi f dx। ਦੇਖੋ t1 to xi f dx ਨੂੰ ਅਸੀਂ ਲਿਖ ਸਕਦੇ, t1 to xi f dx ਨੂੰ ਅਸੀਂ ਬ੍ਰੇਕ ਕਰ ਲਿਆ a ਤੇ। ਸੋ ਅਸੀਂ ਲਿਖ ਸਕਦੇ ਕੋਈ ਪੁਆਇੰਟ a ਤੇ। ਸੋ ਅਸੀਂ ਲਿਖ ਸਕਦੇ ਇੱਥੇ t1 to a प्लस a टू xi f dx, बट a साडे कोल लोअर लिमिट ही रहेगी। सो जो तुसी अपर नू लोअर करदे इत्थे नैगेटिव साइन आएगा। सो नैक्सट स्टैप आ जाएगा साडे कोल माइनस a टू t1 f dx प्लस a टू xi f dx। देखो असीं इंटीग्रल नू t1 टू xi दे विच एक पॉइंट ले लिया a। सो असीं लिख सकते t1 टू a टू xi, बट a तां साडे कोल लोअर लिमिट है। सो असीं की कीता, इत्थे लिमिट्स इंटरचेंज कीतियां, अपर नू लोअर करता, लोअर नू अपर। जदों अपर लोअर करदे आ, चेंज करदे आ, दैन नैगेटिव साइन आंदा, असीं लिख लिया a टू t1 प्लस a टू ए वाली एज इट इज़ रही a टू xi। सो असीं ए वाले इंटीग्रल नू लिख सकते a टू xi f dx माइनस a टू t1 f dx ਦਾ ਮੋਡ। ਠੀਕ, ਸੋ ਇੱਥੇ ਸਾਡੇ ਕੋਲ a ਮਾਈਨਸ b ਦਾ ਮੋਡ ਵਾਲਾ ਫਾਰਮੂਲਾ ਲੱਗੇਗਾ। ਸੋ a ਮਾਈਨਸ b ਦਾ ਮੋਡ ਕੀ ਹੁੰਦਾ, ਲੈਸ ਦੈਨ ਇਕੁਅਲਸ ਟੂ a ਮੋਡ ਪਲਸ b ਮੋਡ। ਸੋ ਇੱਥੇ ਅਸੀਂ ਆਪਣਾ ਫਾਰਮੂਲਾ ਯੂਜ਼ ਕਰ ਲਿਆ a ਮੋਡ ਪਲਸ b ਮੋਡ। ਹੁਣ ਇਸ ਇਕੁਏਸ਼ਨ ਤੋਂ ਦੇਖੋ, ਆਹ ਵਾਲੀ ਇਕੁਏਸ਼ਨ ਤੋਂ a ਟੂ t f dx, कोई भी t आ जी ਇਹਦੀ अपर लिमिट अगर ये ग्रेटर दैन a है दैन ਉਹਦੇ ਲਈ रिजल्ट की है लैस दैन इक्वल्स टू k। ਹੁਣ अगर ਅਸੀਂ xi ਦੀ ਗੱਲ ਕਰੀਏ, xi भी तो a ਤੋਂ ਵੱਡਾ है। सो a टू xi f dx ਦਾ ਆਨਸਰ ਵੀ ਸਾਡੇ ਕੋਲ ਆਏਗਾ लैस दैन इक्वल्स टू k। प्लस सिमिलरली a टू t1 भी तो a ਤੋਂ ਛੋਟਾ ਹੀ है, सॉरी a ਤੋਂ ਵੱਡਾ ही है, xi भी a ਤੋਂ ਵੱਡਾ है, t1 भी a ਤੋਂ ਵੱਡਾ है। सो ਇੱਥੇ ਵੀ ਕੀ ਆਏਗਾ, k। for
T1 and xi greater than or equals to a। ਸਾਡੇ ਕੋਲ ਇਹ ਰਿਜ਼ਲਟ ਆ ਗਿਆ which is equals to 2k for T1, xi greater than equals to a। ਸੋ ਇਹ ਸਾਡੇ ਕੋਲ ਰਿਜ਼ਲਟ ਆ ਗਿਆ 2। ਸੋ ਅਸੀਂ ਇੱਥੇ ਦੋ ਰਿਜ਼ਲਟ ਟਰਾਈ ਕਰ ਲਏ। ਫਸਟ ਅਸੀਂ ਮੀਨ ਵੈਲਿਊ ਥਿਓਰਮ ਐਂਡ ਸੈਕਿੰਡ ਅਸੀਂ ਆਪਣਾ ਯੂਜ਼ ਕਰ ਲਿਆ ਹੋਇਆ ਬਾਉਂਡਡ ਵਾਲਾ ਰਿਜ਼ਲਟ। ਸੋ ਨੈਕਸਟ ਹੈ ਸਿਮਿਲਰਲੀ ਅਸੀਂ ਲਿਖ ਸਕਦੇ ਹਾਂ ਸਿਮਿਲਰਲੀ ਜਿੱਦਾਂ ਅਸੀਂ T1 to xi ਲਈ ਲਿਖਿਆ, ਇਸ ਪੁਆਇੰਟ ਨੂੰ ਅਸੀਂ ਬ੍ਰੇਕ ਕੀਤਾ ਤੇ ਇਹਦੇ ਬਿਟਵੀਨ xi ਲਈ ਅਸੀਂ T1 to xi ਰਿਜ਼ਲਟ ਲਿਖ ਲਿਆ। ਹੁਣ xi to T2 ਸਿਮਿਲਰਲੀ ਅਸੀਂ ਲਿਖ ਸਕਦੇ ਹਾਂ ਇੰਟੀਗਰਲ xi to T2 f dx mod, ਇਹ ਵੀ ਕੀ ਆਏਗਾ ਲੈਸ ਦੈਨ ਇਕੁਅਲਸ ਟੂ 2k for T2, xi greater than equals to a। ਅਸੀਂ ਇੱਕ ਰਿਜ਼ਲਟ ਪ੍ਰੂਵ ਕਰ ਲਿਆ, ਸੇਮ ਸਿਮਿਲਰਲੀ ਕਰਕੇ ਦੂਸਰਾ ਰਿਜ਼ਲਟ ਲਿਖ ਦਿੱਤਾ। ਠੀਕ, ਸੋ ਸਾਡੇ ਕੋਲ 3 ਇਕੁਏਸ਼ਨਸ ਡਰਾਈਵ ਹੋ ਗਈਆਂ। ਨੈਕਸਟ ਸਾਡੀ ਬਸ ਇੱਕ ਇਕੁਏਸ਼ਨ ਰਹਿ ਗਈ g ਲਈ। g ਸਾਨੂੰ ਕੀ ਗਿਵਨ ਹੈ, g ਬਾਉਂਡਡ ਹੈ ਐਂਡ ਅਪਰੋਚਿਸ ਟੂ 0 ਐਜ਼ x ਅਪਰੋਚਿਸ ਟੂ ਇਨਫਿਨਿਟੀ। ਅਸੀਂ ਇਹ ਵਾਲਾ ਰਿਜ਼ਲਟ ਯੂਜ਼ ਕਰਾਂਗੇ। let epsilon greater than 0 be given because ਸਾਨੂੰ given ਹੈ g approaches to 0 as x approaches to infinity। ਜਦੋਂ x ਇਨਫਿਨਿਟੀ ਨੂੰ ਦੇਖੋ ਸਾਡੀ ਲਿਮਿਟ ਦੀ ਡੈਫੀਨੇਸ਼ਨ ਨਹੀਂ ਬਣ ਗਈ। ਸਾਡੇ ਕੋਲ ਲਿਮਿਟ ਕਿੰਨੀ ਆ ਰਹੀ ਹੈ 0। ਸੋ ਲਿਮਿਟ ਦੀ ਡੈਫੀਨੇਸ਼ਨ ਕੀ ਹੁੰਦੀ ਹੈ g t1 minus 0 less than equals to epsilon for all t1 greater than equals to m। so ਪਹਿਲਾਂ ਤੇ ਅਸੀਂ ਲਿਖਣਾ ਸੀ a number m exist such that g t1 minus 0 less than epsilon for all t1 greater than equals to m। ਇਸੇ ਤਰ੍ਹਾਂ ਅਸੀਂ ਲਿਖ ਸਕਦੇ ਹਾਂ g t2 minus 0 less than epsilon for all t2 greater than equals to m। ਇੱਥੇ ਜਿਹੜਾ ਅਸੀਂ epsilon ਚੂਜ਼ ਕਰਨਾ ਹੈ, epsilon depending upon m ਹੋਣਾ। ਸੋ ਅਸੀਂ ਇੱਥੇ epsilon ਆਪਣੇ ਕੋਲੋਂ ਲਿਖ ਲੈਣਾ epsilon upon 4k ਆਪਣੀ ਥਿਊਰਮ ਨੂੰ ਪ੍ਰੂਵ ਕਰਨ ਲਈ, ਆਪਣੇ ਰਿਜ਼ਲਟ ਨੂੰ ਪ੍ਰੂਵ ਕਰਨ ਲਈ। ਇੱਥੇ ਜਿਹੜਾ epsilon ਹੈ ਉਹ ਅਸੀਂ ਚੂਜ਼ ਕੀਤਾ epsilon by 4k। ਦਿਸ ਇੰਪਲਾਈ ਸਾਡੇ ਕੋਲ ਰਿਜ਼ਲਟ ਬਣਿਆ g t1 less than epsilon by 4k g t2 mod less than epsilon by 4k for all t1 t2 greater than equals to m। ਇਹ ਬਣ ਗਈ ਸਾਡੇ ਕੋਲ ਇਕੁਏਸ਼ਨ ਨੰਬਰ 4। ਸੋ ਅਸੀਂ ਲੈ ਲਿਆ let the numbers t1, t2 in 1 be greater than equals to m। ਕਿਉਂਕਿ ਸਾਡੇ ਇਹ ਵਾਲਾ ਰਿਜ਼ਲਟ ਗ੍ਰੇਟਰ ਦੈਨ ਇਕੁਅਲਸ ਟੂ m ਆਇਆ। ਅਸੀਂ ਆਪਣੇ ਕੋਲ ਲੈ ਲਿਆ ਜਿਹੜੇ ਅਸੀਂ 1 ਦੇ ਵਿੱਚ t1 t2 ਯੂਜ਼ ਕੀਤੇ, ਸਾਡੇ ਕੋਲ ਕੀ ਆ ਰਹੇ ਆ ਗ੍ਰੇਟਰ ਦੈਨ ਇਕੁਅਲਸ ਟੂ m। ਸੋ ਅਸੀਂ ਇੱਥੇ ਮੋਡ ਲੈਣਾ therefore from 1 2 3 4 it follows। ਸੋ ਅਸੀਂ ਆਪਣੀ ਇਕੁਏਸ਼ਨ ਨੰਬਰ 1 ਸਾਰੀਆਂ ਇਕੁਏਸ਼ਨਸ ਨੂੰ ਯੂਜ਼ ਕਰਨਾ, ਪਰ ਫਸਟ ਅਸੀਂ ਪਹਿਲਾਂ ਫਸਟ ਨੂੰ ਯੂਜ਼ ਕਰਨ ਲੱਗੇ, ਅਸੀਂ ਇੱਥੇ ਮੋਡ ਲੈਣਾ। ਸੋ ਦੇਖੋ ਜਦੋਂ ਅਸੀਂ ਇੱਥੇ ਮੋਡ ਲਵਾਂਗੇ, ਜਦੋਂ ਅਸੀਂ ਇਹਦੇ ਤੇ ਮੋਡ ਲਵਾਂਗੇ ਮੋਡ ਦਿਸ, ਇੱਥੇ ਵੀ ਮੋਡ ਆ ਜਾਏਗਾ ਪੂਰੇ ਤੇ। ਹੁਣ ਸਾਡੇ ਕੋਲ ਆ ਸਾਰੀ ਨੂੰ ਅਸੀਂ a ਮਾਰਕ ਕੀਤਾ, ਆ ਸਾਰੀ b ਹੈ। ਸੋ ਸਾਡੇ ਕੋਲ a plus b ਦਾ ਮੋਡ ਕੀ ਹੁੰਦਾ ਲੈਸ ਦੈਨ ਇਕੁਅਲਸ ਟੂ a ਮੋਡ plus b ਮੋਡ ਆਏਗਾ। ਸੋ ਇੱਥੇ ਅਸੀਂ ਡਾਇਰੈਕਟ ਮੈਂ ਰਿਜ਼ਲਟ ਲਿਖਿਆ ਫਰੋਮ ਇਕੁਏਸ਼ਨ ਫਸਟ ਮੋਡ ਲੈ ਕੇ ਸਾਡੇ ਕੋਲ ਬਣਿਆ t1 to t2 f g dx which is less than equals to g t1 mod t1 to xi f dx plus g t2 mod xi to t2 f dx। ਸੋ ਅਸੀਂ ਇੱਥੇ ਮੋਡ ਲੈ ਲਿਆ। ਜਦੋਂ ਇਹਦਾ ਮੋਡ ਲੈਣਾ, ਇਹਦਾ gt1 mod into f ਵਾਲੇ ਦਾ ਮੋਡ, ਸਿਮਿਲਰਲੀ ਇਹਦਾ ਮੋਡ into f ਵਾਲੇ ਦਾ ਮੋਡ। ਸੋ ਸਾਡੇ ਕੋਲ ਮੋਡ ਆ ਗਿਆ। ਹੁਣ ਦੇਖੋ gt1 ਦੀ ਵੈਲਿਊ ਮੋਡ ਆਫ gt1। ਸੋ ਆਪਣੀ ਇਕੁਏਸ਼ਨ ਨੰਬਰ 4 ਤੋਂ ਮੋਡ ਆਫ gt1 ਹੈ ਲੈਸ ਦੈਨ epsilon by 4k into ਇਹਦਾ ਵੀ ਆਂਸਰ ਅਸੀਂ ਨਿਕਾਲਿਆ ਹੋਇਆ ਇਕੁਏਸ਼ਨ ਨੰਬਰ 2 ਚ। ਇਕੁਏਸ਼ਨ ਨੰਬਰ 2 ਚ ਕੀ ਇਹਦਾ ਆਂਸਰ ਹੈ 2k। ਸੋ ਇਹ ਆ ਜਾਏਗਾ ਸਾਡੇ ਕੋਲ 2k ਪਲਸ ਇਹ ਵੀ ਆਏਗਾ ਸਾਡੇ ਕੋਲ epsilon by 4k into 2k। ਤਾਂ ਕਰਕੇ ਅਸੀਂ ਇੱਥੇ
4 के लिया सी बिकॉज 2 2 आ जाएगा 4 एप्सलन बाय 2 प्लस एप्सलन बाय 2 साडे कोल की बन जाएगा एप्सलन। सो ये साडे कोल आ गया लेस दैन एप विच इज इक्वल्स टू एप्सलन। के ना के कैंसल हो जाएगा 2 2 4 देयरफॉर साडा रिजल्ट बन गया इंटीग्रल t1 टू t2 एफ जी डी एक्स मॉड लेस दैन एप्सलन। सो साडे कोल फॉर ऑल t1 t2 ग्रेटर दैन इक्वल्स टू m साडा रिजल्ट बन गया इंटीग्रल t1 टू t2 एफ जी डी एक्स मॉड लेस दैन एप्सलन फॉर ऑल t1 t2 ग्रेटर दैन m। कॉचीस टेस्ट के अकॉर्डिंग अगर ये वाली साडे कोल कंडीशन होल्ड करती है दैन साडा गिवन इंटीग्रल की होएगा कन्वर्ज करेगा। देयरफॉर असीं लिख सकते हैं बाय कॉचीस टेस्ट इंटीग्रल a to infinity f g dx is convergent at infinity। सो साडा जिहड़ा गिवन इंटीग्रल है a to infinity f g dx की होएगा कन्वर्ज करेगा इन्फिनिटी ते। सो ये सी साडा ड्रिचलेट टेस्ट की कंडीशन याद रखनी दो फंक्शन ले लेने एक नो बाउंडेड मोनोटोनिक एंड अप्रोचेस टू जीरो एज एक्स अप्रोचेस टू इन्फिनिटी एंड दूसरे का तुसी इंटीग्रल नो बाउंडेड प्रूफ करना। अगर ये दोनों कंडीशंस होल्ड कर दियां दैन साडा जिहड़ा इंटीग्रल ओकी होएगा कन्वर्ज करेगा। हुण असीं क्वेश्चन सॉल्व करते हैं ड्रिचलेट टेस्ट की हेल्प दे नाल। क्वेश्चन फर्स्ट है शो दैट इंटीग्रल 1 टू इन्फिनिटी साइन एक्स अपॉन एक्स दी पावर डी एक्स इज कन्वर्जेंट फॉर p ग्रेटर दैन 0। सानू p ग्रेटर दैन 0 गिवन है असी प्रूव करना कि ये हो रहा कन्वर्ज कर रहा साडे कोल डायरैक्ट भी आ सकता साइन एक्स अपॉन एक्स। सो असी इहनूं कन्वर्ज प्रूव करना लैट इहदे विच असी एक नूं फंक्शन असी इहनूं इदां लिख सकते लैट आई विच इज इक्वल्स टू 1 टू इन्फिनिटी साइन एक्स इंटू 1 अपॉन एक्स दी पावर p dx। देखो हुण दो फंक्शन है साडे कोल काहदे च आ गए दोनों फंक्शन प्रोडक्ट विच आ गए। लैट असी एफ एक्स और जी एक्स लैट करने हैं। देखो जी एक्स असी वो लैट करना ड्रिचलेट है जिहड़ा कि होए डिक्रीजिंग। हुण देखो सानू पता लग रहा 1 बाय एक्स की होएगा डिक्रीजिंग सीक्वेंस होएगी। सो असी 1 बाय एक्स दी पावर p ले लिया साडा जी एक्स और सानू पता साइन एक्स बाउंडेड हुंदा है। सो असी एफ एक्स के नू सपोज कर लिया अपने साइन एक्स नू एफ एक्स ले लिया साइन एक्स और जी एक्स ले लिया 1 अपॉन एक्स दी पावर p ग्रेटर दैन 0। नाउ हुण असी ड्रिचलेट टेस्ट दी कंडीशंस अप्लाई करन लगे हैं। सो पहला असी एफ एक्स दे कंडीशन देखन लगे हैं। असी चेक करना इंटीग्रल 1 टू t एफ एक्स डी एक्स द मॉड। सो इंटीग्रल 1 टू t एफ एक्स t ग्रेटर दैन इक्वल्स टू 1 ठीक है t 1 तो वड्डा होना चाहिए। एफ एक्स है साइन एक्स डी एक्स मॉड मॉड बाद च लेना पहला इंटीग्रल सॉल्व करना। हाँ जी इंटीग्रल सॉल्व करो साइन एक्स का इंटीग्रल कितना होएगा माइनस कॉस एक्स इंटीग्रल 1 टू t लिमिट्स मॉड। यस सॉल्व करो इनू। सो सॉल्व करके साडे कोल आ जाएगा माइनस है पहला लोअर आ जाएगा कॉस 1 माइनस कॉस t आ जाएगा इहदा मॉड। सो इहदे विच फिर तुसी ओ वाला a माइनस b दा मॉड लैस दैन इक्वल्स टू a मॉड प्लस b मॉड ठीक। सो कॉस 1 इत्थे एंगल जो मर्जी होए सानू पता कॉस फंक्शन एंड साइन फंक्शंस आर बाउंडेड फंक्शन। अगर बाउंडेड है सो ये एंगल जो मर्जी होए एक्स की वैल्यू जो मर्जी होए दैन सानू पता है कॉस एक्स लैस दैन इक्वल्स टू 1 फॉर ऑल एक्स हरेक एक्स लिए कॉस एक्स का मॉड की होएगा लैस दैन इक्वल्स टू 1 फॉर ऑल एक्स ग्रेटर दैन इक्वल्स टू 1 ठीक। सो ਇਹਦੇ ਵਿੱਚ ਵੀ ਸਾਡੇ ਕੋਲ ਇਹਦਾ ਮੋਡ ਕੀ ਹੋ ਗਿਆ ਲੈਸ ਦੈਨ ਇਕੁਅਲਸ ਟੂ 1 ਪਲੱਸ ਇਹਦਾ ਮੋਡ ਵੀ ਕੀ ਹੋ ਗਿਆ ਲੈਸ ਦੈਨ ਇਕੁਅਲਸ ਟੂ 1 ਫॉर ऑल t ग्रेटर दैन इक्वल्स टू लोअर लिमिट कितनी है 1। सो ਅਸੀਂ लिख लिया ये भी लेस दैन 1 आ ये वाला भी क्या आएगा लेस दैन 1 फॉर ऑल t ग्रेटर दैन 1। देयरफॉर साडा मॉड का आंसर आया इंटीग्रल 1 टू t एफ एक्स डी एक्स मॉड
ਲੈਸ ਦੈਨ ਇਕੁਅਲਸ ਟੂ ਆ ਗਿਆ 2 ਫॉर all t greater than equals to 1। ਸੋ ਅਸੀਂ ਬਾਉਂਡਡ ਕਰਨਾ ਸੀ। ਦੇਖੋ ਸਾਡੇ ਕੋਲ ਕਿ ਫੰਕਸ਼ਨ ਦਾ ਮੋਡ ਲੈਸ ਦੈਨ ਕੋਈ ਨੰਬਰ ਆ ਗਿਆ, ਇਹਦਾ ਮਤਲਬ ਜਿਹੜਾ ਸਾਡਾ ਇਹ ਵਾਲਾ ਫੰਕਸ਼ਨ ਇਹ ਕੀ ਹੋਏਗਾ, ਬਾਉਂਡਡ। ਦੇਅਰਫॉर ਇੰਟੀਗਰਲ 1 to t fx dx is bounded। ਸੋ ਇਹ ਸਾਡੇ ਕੋਲ ਬਾਉਂਡਡ ਦੀ ਡੈਫੀਨੇਸ਼ਨ ਆ ਗਈ, ਠੀਕ। देयरफॉर इंटीग्रल 1 to t fx कौन है, sin x dx is bounded। सो साडा फंक्शन f वाला तो हो गया बाउंडड। नैक्सट असी प्रूव करना है gx लई अपनियां कंडीशन। नाउ gx इक्वल्स टू 1 बाय x दी पावर p। हुण फस्ट असी इहनूं मोनोटोनिक देखना है, डिक्रीजिंग ही होना चाहिए। देखो जदों तुसी x की वैल्यू 1 तो स्टार्ट करो, अगर अस चैक करिए 1 की पावर p, 2 की पावर p, 3 की पावर p, 4 की पावर p अप टू सो ऑन। देखो असी x दी वैल्यूज फिल कर दी 1 2 3 और p भी साडे को ग्रेटर दैन 0 है, नैगेटिव नहीं है, मतलब ये वाली टर्म नीचे ही रहेगी। देखो सानू पता डिनोमीनेटर जिन्नी वैल्यू वड्डी हो रही है, पहला 1 की पावर p है, 2 की पावर p, 3 की पावर p, उन्नी ही जिहड़ी टर्म आ वो छोटी हुंदी जाएगी। सो साडे कोल इह रिलेशन की आएगा, डिक्रीजिंग। सो ये की कर रहा, डिक्रीज कर रहा। आलसो असी जो एक्स नू इनफिनिटी पुट किया, इनफिनिटी की पावर p वो की आ जाएगा साडे कोल इनफिनिटी विच इज इक्वल्स टू 0। जो असी एक्स नू इनफिनिटी अप्रोच किया दैन साडा आंसर की आया, 0 आया। सो असी इत्थे लिख सकते हैं देयरफॉर जी एक्स साडे कोल की आ रहा, मोनोटोनिक डिक्रीजिंग अप्रोचेस टू 0 एज x अप्रोचेस टू इनफिनिटी। जो तुसी x नू इनफिनिटी लिया दैन ये की अप्रोच कर गई, 0 नू अप्रोच कर गई। देयरफॉर बाय डिरिचलेट टेस्ट, सो डिरिचलेट टेस्ट दे अकॉर्डिंग इंटीग्रल 1 टू इनफिनिटी साइन एक्स अपॉन एक्स दी पावर p dx की हो गया साडे कोल कन्वर्जेंट। सो ये वाला जो इंटीग्रल ये हो गया कन्वर्जेंट। सो असी अपने दोनों डिरिचलेट दी कंडीशंस अप्लाई करके देख लिया, अगर वो होल्ड कर दिया दैन साडा गिवन इंटीग्रल होएगा कन्वर्जेंट। नेक्स्ट एग्जांपल, नेक्स्ट है शो दैट इंटीग्रल 0 टू इनफिनिटी साइन एक्स स्क्वायर dx इज कन्वर्जेंट। असी शो करना ये वाला जो इंटीग्रल है वो की कर रहा, कन्वर्ज। देखो तुहाडे कोल इत्थे एक्स स्क्वायर हो सकता है, एक्स क्यूब, एक्स की पावर कुछ भी हो सकती है। सो जिहड़ा मैथड नाल मैं सम करना, एक्स की पावर अगर कुछ भी आ जाए तुसी भी उसे मैथड नाल सॉल्व करना। सो लेट आई विच इज इक्वल्स टू 0 टू इनफिनिटी साइन एक्स स्क्वायर dx। हुण देखो इहदे विच तां साडे कोल प्रोडक्ट च फंक्शन ही नहीं गिवन हैगे, बट लगा ये होना डिरिचलेट टेस्ट ना ही है क्वेश्चन। सो असी क्या करना, इत्थे साडे कोल एक्स स्क्वायर आ रहा एंगल च। सो असी क्या किया, पहला तो असी 0 ते चेक करिए, इनू असी ब्रेक किया 0 टू 1 साइन एक्स स्क्वायर dx प्लस 1 टू इनफिनिटी साइन एक्स स्क्वायर dx। अगर साडे कोल 0 आए, पहला असी देखे क्वेश्चन जिहड़ा साडा है 0 ते इनफिनिटी तो नहीं पाने। देखो असी इत्थे एक्स की जगह ते 0 फिल किया, साइन 0 0, 1 फिल किया, साइन 1 आ जाएगा। सो ये साडी की आ रहा प्रॉपर इंटीग्रल। सो 0 इज नॉट अ पॉइंट ऑफ इनफाइनाइट डिसकंटिन्यूटी। देयरफॉर साडा जिहड़ा इंटीग्रल है, देयरफॉर इंटीग्रल 0 टू 1 साइन एक्स स्क्वायर dx इज प्रॉपर। ये प्रॉपर इंटीग्रल बन रहा है। देयरफॉर वी डिस्कस convergence of integral 1 to infinity sin x square dx। असी चेक करांगे कन्वर्जेंस इस इंटीग्रल दी। सो इस इंटीग्रल दे विच असी क्या कीता, इंटीग्रल 1 टू इनफिनिटी साइन एक्स स्क्वायर dx विच इज इक्वल्स टू, असी इहदा डेरीवेटिव कर लिया। एक्स स्क्वायर दा अगर असी डेरीवेटिव देखांगे dx स्क्वायर, डेरीवेटिव ऑफ एक्स स्क्वायर, वो साडे कोल क्या आएगा 2x। सो असी डेरीवेटिव ना मल्टीप्लाई कर देते, डेरीवेटिव ना डिवाइड। सो असी 1 बाय 2x इंटू साइन एक्स स्क्वायर इंटू 2x dx। सो असी इनू लिख लिया 1 टू इनफिनिटी
2x sin x square इंटू 1/2x dx। ਹੁਣ ਦੇਖੋ ਹੁਣ ਇਹ ਵਾਲਾ ਕੁਐਸਚਨ ਅਸੀਂ ਡਿਰਿਚਲੇਟ ਨਾ ਕਰਨਾ, ਇਹਦੇ ਵਿੱਚ ਦੋ ਫੰਕਸ਼ਨ ਸਾਡੇ ਕੋਲ ਪ੍ਰੋਡਕਟ ਵਿੱਚ ਆ ਗਏ। ਲੈਟ fx ਸਾਈਨ ਵਾਲੇ ਨੂੰ ਅਸੀਂ fx ਮੰਨਣਾ, 2x sin x square ਐਂਡ gx ਅਸੀਂ ਮੰਨਣਾ ਹੈ 1/2x। ਸੋ ਸਾਡੇ ਕੋਲ fx ਵੀ ਆ ਗਿਆ, gx ਵੀ ਆ ਗਿਆ। ਹੁਣ ਡਿਰਿਚਲੇਟ ਟੈਸਟ ਲਈ ਅਸੀਂ ਇਸ ਫੰਕਸ਼ਨ ਦਾ ਕੀ ਦੇਖੀਦਾ, ਬਾਉਂਡਡ ਦੇਖੀਦਾ। ਸੋ 1 to t fx dx mod which is equals to 1 to t 2x sin x square dx mod। ਸੋ ਅਸੀਂ ਹੁਣ ਇਹਦਾ ਇੰਟੀਗਰਲ ਚੈੱਕ ਕਰਾਂਗੇ। ਪਹਿਲਾਂ ਅਸੀਂ ਸੋਲਵ ਕਰਨ ਲੱਗੇ ਸਿਰਫ ਇੰਟੀਗਰਲ ਨੂੰ, ਠੀਕ ਹੈ, ਇਹਨੂੰ ਨੰਬਰ 1 ਕਰ ਲਓ। ਨਾਓ ਇੰਟੀਗਰਲ 1 to t 2x sin x square dx ਅਸੀਂ ਪੁੱਟ ਕੀਤਾ, ਪੁੱਟ x square equals to y, ਕੋਈ ਹੋਰ ਵੇਰੀਏਬਲ ਪੁੱਟ ਕਰ ਲਿਆ। this implies derivative 2x dx ਕੀ ਆ ਜਾਏਗਾ dy। this ਸੋ ਅਸੀਂ ਲਿਮਿਟਸ ਵੀ ਚੇਂਜ ਕਰਾਂਗੇ। when x equals to 1 y ਕੀ ਆ ਜਾਏਗਾ 1 square 1। when x equals to t y आ जाएगा t square। therefore integral becomes integral 1 to t 2x sin x square dx which is equals to ਇਹ ਆ ਜਾਏਗਾ ਸਾਡੇ ਕੋਲ integral, ਸੋ y ਆਇਆ ਸਾਡੇ ਕੋਲ t square 1 to t square sin x square ਦੀ ਜਗ੍ਹਾ ਤੇ ਆ ਜਾਏਗਾ y और 2x dx मिलके की बन गए dy। sin y ਦਾ इंटीग्रल माइनस cos y 1 to t square। सो ਅਸੀਂ लिमिट्स फिल कीतियां cos 1 माइनस cos t square। सो ਸਾਡੇ ਕੋਲ ਕੀ ਆ ਜਾਏਗਾ cos 1 ਸਾਡੇ ਕੋਲ ਕੀ ਹੈ ਮੋਡ ਲਈਏ, डायरैक्ट तो सानू पता नहीं की है cos 1 की वैल्यू, सो ये ब्रैकेट है। सो नैक्सट असी ये वैल्यू हम फिल कर दिए, पुट इन इक्वेशन 1। सो असी 1 इक्वेशन में अपनी वैल्यू फिल कर दी, मतलब मॉड ले लिया। साढ़े को आ जाएगा 1 to t fx dx मॉड विच इज इक्वल्स टू, हाँ जी ये वाले इंटीग्रल नू सॉल्व करके साढ़े को कितना आंसर आया मॉड cos 1 माइनस cos t स्केयर। सो इंटीग्रल की जगह ते असी वैल्यू फिल कर दी, इंटीग्रल की जगह ते साडे कोल आ गया cos 1 माइनस cos t स्केयर विच इज इक्वल्स टू, हाँ जी मॉड का फिर फॉर्मूला लाता है a मॉड प्लस b मॉड विच इज लेस दैन इक्वल्स टू 1। इत्थे t की वैल्यू t ग्रेटर दैन इक्वल्स टू 1 फॉर ऑल t ग्रेटर दैन इक्वल्स टू 1। सो ये साडे कोल आ गया 2। सो देयरफॉर साडे कोल आ गया इंटीग्रल 1 to t fx dx का मॉड लेस दैन इक्वल्स टू 2 फॉर ऑल t ग्रेटर दैन इक्वल्स टू 1। देयरफॉर इंटीग्रल 1 to t fx dx की हो गया साडे कोल बाउंडड। सो ये बाउंडड की डेफिनेशन आ गई साडे कोल। नैक्सट असी gx चेक करना। नाउ gx आपां ने क्या सपोज किया सी 1/2x। सो 1/2x किद्दां दी टर्म है, पहला असी 1 फिल किया 2, फिर x की जगह ते 2 पुट किया 4, 3 पुट किया 6, 4 पुट किया 8 अप टू सो ऑन। जो तुसी इत्थे x की जगह ते इनफिनिटी पुट किया 1/इनफिनिटी की बन रहा 0। देयरफॉर देखो साडे कोल किस तरह की सीक्वेंस आ रही है डिक्रीजिंग एंड अप्रोचेस टू 0 एज x अप्रोचेस टू इनफिनिटी। देयरफॉर असी लिख सकते हैं gx इज मोनोटोनिक डिक्रीजिंग एंड approaches to 0 as x approaches to infinity. Therefore, by Dirichlet test, integral 1 to infinity 2x sin x square into 1/2x dx is convergent। सो ये वाला इंटीग्रल होया कन्वर्जन, क्योंकि असी कन्वर्जेंस किस इंटीग्रल की चेक की सी अपने सैकेंड वाले, और इनू असी की एदी वैल्यू क्या सी
1 to इन्फिनिटी साइन एक्स स्क्वायर डी एक्स। अगर राइट वाला इंटीग्रल कन्वर्ज करेगा सो लैफ्ट वाला इंटीग्रल भी की करेगा कन्वर्ज। अगर ये कन्वर्ज कर गया, ਇਹ ਕਨਵਰਜੈਂਟ ਹੋ ਗਿਆ, ਇਹ ਪ੍ਰੋਪਰ ਕਰਕੇ ਕਨਵਰਜੈਂਟ ਸੀ। ਸੋ ਆਈ ਜਿਹੜਾ ਸਾਡਾ ਮੇਨ ਇੰਟੀਗਰਲ ਹੈ 0 to ਇਨਫਿਨਿਟੀ, ਇਹ ਵੀ ਕੀ ਹੋ ਗਿਆ ਕਨਵਰਜੈਂਟ ਇੰਟੀਗਰਲ।